मोदी सरकार ने एक प्रधानमंत्री फसल बीमा योजना बनाई सी। ਜਿਹੜਾ ਪੈਸਾ ਗਵਰਨਮੈਂਟ ਦੇ ਕੋਲੋਂ ਕਿਸਾਨਾਂ ਦੀ ਮਦਦ ਦੇ ਲਈ ਜਾਣਾ ਸੀ ਉਹਦੇ ਵਿੱਚੋਂ 20,000 ਕਰੋੜ ਕੰਪਨੀਆਂ ਦੇ ਕੋਲ ਗਿਆ। ਕਿਸਾਨਾਂ ਦੇ ਫਸਲਾਂ ਦੀ ਨੁਕਸਾਨ ਦਾ ਕਿਸਾਨਾਂ ਦੇ ਸੁਸਾਈਡ ਦੇ ਨਾਂ ਦੇ ਉੱਪਰ ਰੋਜ਼ਾਨਾ 14 ਕਰੋੜ ਪ੍ਰਤੀ ਘੰਟਾ 2 ਕਰੋੜ ਪ੍ਰਾਈਵੇਟ ਕੰਪਨੀਆਂ ਦੇ ਕੋਲ ਜਾ ਰਿਹਾ। ਉਹਨਾਂ ਕੰਪਨੀਆਂ ਦੇ ਕੋਲ ਜਾ ਰਿਹਾ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਪੈਸਾ, ਜਿਨ੍ਹਾਂ ਨੇ ਨਾ ਕੋਈ ਫਸਲ ਉਗਾਈ ਹੈ, ਨਾ ਜਿਨ੍ਹਾਂ ਦੀ ਕੋਈ ਫਸਲ ਖਰਾਬ ਹੋਈ ਹੈ, ਨਾ ਜਿਨ੍ਹਾਂ ਨੂੰ ਨੇ ਕਦੇ ਖੇਤ ਦਾ ਮੂੰਹ ਦੇਖਿਆ। ਕੋਈ ਵੀ ਕੰਪਨੀ ਹੈ ਜਿਹੜੀ ਬੀਮਾ ਕਰਦੀ ਹੈ ਫਸਲਾਂ ਦਾ, ਉਹ ਉਦੋਂ ਹੀ ਬਾਉਂਡ ਹੈ ਜਦੋਂ ਇਹ 5, 6 ਜਾਂ 10 ਚੀਜ਼ਾਂ ਨੇ ਵੀ ਇਹ ਨੁਕਸਾਨ ਹੁੰਦੇ ਨੇ। ਜੇ ਉਹ ਨੁਕਸਾਨ ਹੀ ਨਹੀਂ ਹੋਏ ਫਸਲਾਂ ਦੇ ਤਾਂ ਫਿਰ ਉਹ ਤਾਂ ਉਹਨਾਂ ਕੋਲ ਹੀ ਬਚਣੀ ਸੀ ਨਾ। ਜੇ ਉਹਨਾਂ ਨੂੰ ਦੇਣੇ ਪੈ ਜਾਂਦੇ ਤਾਂ ਉਹ ਘਾਟੇ 'ਚ ਵੀ ਜਾਂਦੇ। ਜਦੋਂ ਸਾਨੂੰ ਪਤਾ ਕਿ ਇਹ ਜਿਹੜਾ ਸਰਕਾਰ ਦਾ ਪੈਸਾ ਲੋੜਵੰਦ ਲੋਕਾਂ ਦੇ ਕੋਲ ਜਾਣਾ, ਜਿਨ੍ਹਾਂ ਨੂੰ ਲੋੜ ਹੈ, ਜਿਨ੍ਹਾਂ ਨੂੰ ਸੁਸਾਈਡ ਤੋਂ ਬਚਾਉਣਾ, ਜਦੋਂ ਅਸੀਂ ਉਹਦੇ 'ਚ ਕੰਪਨੀਆਂ ਨੂੰ ਲੈ ਕੇ ਆ ਰਹੇ, ਸਾਡੀ ਉਹਦੇ 'ਚ ਇਲ ਵਿਲ ਹੈ, ਸਾਡੀ ਉਹਦੇ 'ਚ ਬਦਨੀਤੀ ਹੈ, ਉਹਦੇ 'ਚ ਕੰਪਨੀਆਂ ਨੂੰ ਲੈ ਕੇ ਆਉਣ ਦੀ ਕੀ ਲੋੜ ਹੈ। ਗੱਲ ਆ ਰਹੀ ਹੈ ਕਿ 3 ਜਿਹੜੇ ਵਿਵਾਦਤ ਖੇਤੀ ਕਾਨੂੰਨ ਬਣੇ ਨੇ ਉਹਨਾਂ ਦਾ ਝਲਕਾਰਾ ਤਾਂ 2014 ਦੀ ਸਰਕਾਰ ਤੋਂ ਬਾਅਦ ਫਸਲੀ ਬੀਮਾ ਯੋਜਨਾ ਦੇ ਵਿੱਚ ਹੀ ਮਿਲ ਗਿਆ ਸੀ। ਸਾਨੂੰ ਸਮਝ ਨਹੀਂ ਆਇਆ ਸੀ ਉਦੋਂ। ਜਿਹੜੀ ਸਰਕਾਰ ਕਿਸਾਨਾਂ ਦੇ ਫਸਲ ਦੇ ਨੁਕਸਾਨ ਦੇ ਨਾਂ ਪਰ ਵੀ ਪ੍ਰਾਈਵੇਟ ਕੰਪਨੀਆਂ ਨੂੰ 20,000 ਕਰੋੜ ਦੀ ਕਮਾਈ ਕਰਾ ਰਹੀ ਹੋਵੇ, ਉਹਦੇ ਕੋਲੋਂ ਮੂੰਹ ਜ਼ਬਾਨੀ ਕਿੱਦਾਂ ਮੰਨ ਲਿਆ ਜਾਵੇ ਕਿ ਐਮਐਸਪੀ ਖਤਮ ਨਹੀਂ ਹੋਏਗੀ। ਹਰ ਪਾਲਿਸੀ ਇਹ ਦੇਖ ਕੇ ਨਹੀਂ ਬਣ ਰਹੀ ਕਿ ਗਰੀਬ ਦਾ ਫਾਇਦਾ ਕਿਵੇਂ ਕਰਨਾ, ਗਰੀਬ ਕਿਸਾਨ ਦਾ ਫਾਇਦਾ ਕਿਵੇਂ ਕਰਨਾ, ਸਗੋਂ ਇਹ ਦੇਖ ਕੇ ਬਣ ਰਹੀ ਹੈ ਕਿ ਗਰੀਬ ਕਿਸਾਨ ਦੀ ਰੋਟੀ ਦੇ ਵਿੱਚੋਂ ਵੀ ਕਾਰਪੋਰੇਟ ਦਾ ਫਾਇਦਾ ਕਿਵੇਂ ਕਰਨਾ। ਜਿਹੜੀ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਹੈ ਉਹ 1700 ਕਰੋੜ ਦੇ ਘਾਟੇ 'ਚ ਜਾ ਰਹੀ ਹੈ। ਜਿਹੜੀ ਪਬਲਿਕ ਸੈਕਟਰ ਕੰਪਨੀ ਹੈ, ਜਿਹੜੀ ਓਰੀਐਂਟਲ ਪਬਲਿਕ ਸੈਕਟਰ ਕੰਪਨੀ ਹੈ, ਉਹ 1450 ਕਰੋੜ ਦੇ ਘਾਟੇ 'ਚ ਜਾ ਰਹੀ ਹੈ ਤੇ ਉਸੇ ਯੋਜਨਾ ਦੇ ਵਿੱਚੋਂ ਰਿਲਾਇੰਸ 3000 ਕਰੋੜ ਦੇ ਵਾਧੇ 'ਚ ਜਾ ਰਹੀ ਹੈ। ਇਹ ਕਿਵੇਂ ਹੋ ਸਕਦਾ ਕਿ ਇੱਕੋ ਹੀ ਯੋਜਨਾ ਦੇ ਵਿੱਚੋਂ ਜਿਹੜੀਆਂ ਪਬਲਿਕ ਸੈਕਟਰ ਕੰਪਨੀ ਹੈ ਉਹ ਰਿਕਾਰਡ ਘਾਟੇ ਦੇ ਵਿੱਚ ਜਾ ਰਹੀਆਂ, ਉਸੇ ਯੋਜਨਾ ਦੇ ਵਿੱਚੋਂ ਪ੍ਰਾਈਵੇਟ ਕੰਪਨੀ ਜਿਹੜੀਆਂ ਉਹ ਰਿਕਾਰਡ ਵਾਧੇ ਦੇ ਵਿੱਚ ਜਾ ਰਹੀਆਂ। ਸਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਕਿਸਾਨ ਅੰਦੋਲਨ ਜੋ ਕਿ ਪੂਰੇ ਜੋਬਨ ਤੇ ਪਹੁੰਚਿਆ ਹੋਇਆ ਕਹਿ ਲਓ ਕਿ ਇਹਨਾਂ ਦਿਨਾਂ 'ਚ ਚਰਚਾ ਆਉਣ ਲੱਗ ਪਈ ਹੈ ਕਿ ਕਿਸਾਨ ਅੰਦੋਲਨ ਰਤਾ ਕੂ ਮੱਠਾ ਪੈਣ ਲੱਗ ਗਿਆ। ਪਰ ਇਸੇ ਦੌਰਾਨ ਇਸ ਅੰਦੋਲਨ ਨੂੰ ਫਿਊਲ ਦੇਣ ਵਾਲੀਆਂ, ਬਾਲਣ ਦੇਣ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਦਾ ਆਉਣਾ ਬਾਦਸਤੂਰ ਜਾਰੀ ਹੈ, ਜਿਸ ਤੋਂ ਮੇਰਾ ਭਾਵ ਸਿੱਧਾ ਹੈ ਕਿ ਕਿਸਾਨ ਅੰਦੋਲਨ ਨੂੰ ਮਗਦਾ ਰੱਖਣ ਲਈ ਕਾਰਗਰ ਤੇ ਦਸਤਾਵੇਜ਼ਾਂ ਦੇ ਉੱਤੇ ਆਧਾਰਿਤ ਪੁਖਤਾ ਜਿਹੜੇ ਮੁੱਦੇ ਚਾਹੀਦੇ ਨੇ। ਤੇ ਉਹ ਮੁੱਦੇ ਜੇਕਰ ਜਦੋਂ ਤੱਕ ਆਉਂਦੇ ਰਹਿਣਗੇ, ਖਾਸ ਕਰ ਕੇਂਦਰ ਸਰਕਾਰ ਦੇ ਖਿਲਾਫ, ਰਾਜਾਂ ਦੀਆਂ ਸਰਕਾਰਾਂ ਦੇ ਖਿਲਾਫ, ਉਹ ਕਾਰਪੋਰੇਟਾਂ ਨੂੰ ਫਾਇਦੇ ਪਹੁੰਚਾਉਣ ਵਾਲੀਆਂ ਚੋਰ ਮੋਰੀਆਂ ਜੋ ਰੱਖੀਆਂ ਹੋਈਆਂ ਨੇ, ਜਦੋਂ ਤੱਕ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਤੁਹਾਡੇ ਵਰਗੇ ਲੋਕਾਂ ਦੇ ਹੱਥ ਲੱਗਦੀਆਂ ਰਹਿਣਗੀਆਂ, ਪਬਲਿਕ ਡੋਮੇਨ ਦੇ ਵਿੱਚ ਆਉਂਦੀਆਂ ਰਹਿਣਗੀਆਂ, ਜਨਤਾ ਦੀ ਕਚਹਿਰੀ ਦੇ ਵਿੱਚ ਆਉਂਦੀਆਂ ਰਹਿਣਗੀਆਂ, ਉਦੋਂ ਤੱਕ ਇਸ ਅੰਦੋਲਨ ਨੂੰ ਮੱਠਾ ਪੈ ਗਿਆ ਕਿਹਾ ਜਾਣਾ ਬਿਲਕੁਲ ਗਲਤ ਹੋਏਗਾ। ਅੱਜ ਇਹ ਪ੍ਰੋਗਰਾਮ, ਇਹ ਇੰਟਰਵਿਊ ਤੁਸੀਂ ਜ਼ਰੂਰ ਇਹਦੇ ਅੰਤ ਤੱਕ ਦੇਖਿਓ, ਕਿਉਂਕਿ ਅਸੀਂ ਕੇਂਦਰ ਸਰਕਾਰ ਦਾ ਇੱਕ ਹੋਰ ਐਸਾ ਹੀ ਇੱਕ ਮੁੱਦਾ ਜਿਹੜਾ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ, ਜਿਸ ਤੋਂ ਅੰਕੜਿਆਂ ਦੇ ਆਧਾਰ ਦੇ ਉੱਤੇ ਅਸੀਂ ਇਹ ਪੂਰੀ ਤਰ੍ਹਾਂ ਸਾਬਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਨਾਂ ਦੇ ਉੱਤੇ ਬਹੁਕੌਮੀ ਇੰਸ਼ੋਰੈਂਸ ਬੀਮਾ ਕੰਪਨੀਆਂ ਨੂੰ ਅਰਬਾਂ ਖਰਬਾਂ ਦਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਤੇ ਕਿਸਾਨਾਂ ਦੀ ਸ਼ਹਾਦਤ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਲ ਵੀ ਜਿਹੜੀ ਹੈਗੀ ਹੈ ਵੱਟਣ ਤੋਂ ਇਹ ਸਰਕਾਰ ਜਿਹੜੀ ਹੈ ਜਾਂ ਹਾਕਮ ਜਿਹੜੇ ਨੇ ਜਾਂ ਕਾਰਪੋਰੇਟ ਲੋਕ ਜਿਹੜੇ ਨੇ, ਪ੍ਰਾਈਵੇਟ ਅਦਾਰਿਆਂ ਵਾਲੇ ਬਾਜ ਨਹੀਂ ਆਉਂਦੇ। ਮੇਰੇ ਨਾਲ ਬਣੇ ਹੋਏ ਨੇ ਉੱਗੇ ਆਰਟੀਆਈ ਐਕਟਿਵਿਸਟ ਤੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਪ੍ਰਧਾਨ ਐਡਵੋਕੇਟ ਦਿਨੇਸ਼ ਚੱਡਾ। ਚੱਡਾ ਸਾਹਿਬ, ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ। ਪਹਿਲਾਂ ਤਾਂ ਖੁਲਾਸਾ ਕਰੋ ਜੀ, ਇਹ ਕੀ ਘੁਟਾਲਾ ਹੈ, ਕੀ ਸਾਰਾ ਮਾਜਰਾ ਹੈ? ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਜਦੋਂ ਵੀ ਹੁੰਦਾ, ਡੈਮੋਕ੍ਰੇਸੀ ਲੋਕਤੰਤਰ ਤੋਂ ਪਹਿਲਾਂ ਵੀ, ਇਵਨ ਕਿ ਰਾਜਿਆਂ ਦੇ ਰਾਜ ਦੇ ਵਿੱਚ ਵੀ ਜਦੋਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ, ਅਸੀਂ ਸੁਣਦੇ ਆਉਂਦੇ ਹਾਂ ਕਿ ਉਹਦੀ ਕਿਸੇ ਨਾ ਕਿਸੇ ਤਰੀਕੇ ਮੁਆਵਜ਼ਾ ਦੇ ਕੇ ਪੂਰਤੀ ਕੀਤੀ ਜਾਂਦੀ ਰਹੀ ਹੈ ਰਾਜਿਆਂ ਦੇ ਵੱਲੋਂ ਵੀ। ਪਰ ਹੁਣ ਮੋਦੀ ਸਰਕਾਰ ਨੇ ਇੱਕ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਬਣਾਈ ਸੀ। ਜਦੋਂ ਇਹ ਯੋਜਨਾ ਬਣਾਈ ਸੀ ਉਦੋਂ ਬੜਾ ਢੋਲ ਢਮੱਕਾ ਕੀਤਾ ਸੀ ਕਿ ਹੁਣ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੇ ਲਈ ਯੋਜਨਾ ਬਣਾਈ ਹੈ। ਕਿਸਾਨਾਂ ਦੀ ਫਸਲਾਂ ਦੇ ਨੁਕਸਾਨ ਦੇ ਵਿੱਚੋਂ, ਕਿਸਾਨਾਂ ਦੇ ਸੁਸਾਈਡ ਦੇ ਵਿੱਚੋਂ, ਅਸਲ ਦੇ ਵਿੱਚ ਇਸ ਯੋਜਨਾ ਨੇ ਪਿਛਲੇ 4 ਸਾਲਾਂ ਦੇ ਵਿੱਚ ਵੱਖ-ਵੱਖ ਕੰਪਨੀਆਂ ਨੂੰ ਕਰੀਬ 20,000 ਕਰੋੜ ਦਾ ਫਾਇਦਾ ਪਹੁੰਚਾਇਆ ਹੈ। मतलब किसानों को फायदा नहीं होया,
ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਹੈ, ਇਹ ਤੁਹਾਡੇ ਕੋਲ ਅੰਕੜੇ ਨੇ। ਬਿਲਕੁਲ, ਜਿਹੜਾ ਪੈਸਾ ਗਵਰਨਮੈਂਟ ਦੇ ਕੋਲੋਂ ਕਿਸਾਨਾਂ ਦੀ ਮਦਦ ਦੇ ਲਈ ਜਾਣਾ ਸੀ ਉਹਦੇ ਵਿੱਚੋਂ 20,000 ਕਰੋੜ ਕੰਪਨੀਆਂ ਦੇ ਕੋਲ ਗਿਆ। ਮਤਲਬ ਕਿ 20,000 ਕਰੋੜ 4 ਸਾਲਾਂ ਦੇ ਵਿੱਚ 20,008 ਕਰੋੜ, ਮਤਲਬ ਕਿ ਰੋਜ਼ਾਨਾ ਲਗਭਗ 14 ਕਰੋੜ 13.7 ਕਰੋੜ ਤੇ ਪ੍ਰਤੀ ਘੰਟਾ, ਪ੍ਰਤੀ ਵਰਕਿੰਗ ਆਰ 8 ਘੰਟੇ ਹੁੰਦੇ ਆ ਇੱਕ ਦਿਨ 'ਚ ਕੰਮ ਕਰਨ ਵਾਲੇ, ਪ੍ਰਤੀ ਵਰਕਿੰਗ ਆਰ ਲਗਭਗ 2 ਕਰੋੜ 1.7 ਕਰੋੜ ਰੁਪਈਆ ਜੀ ਕਿਸਾਨਾਂ ਦਾ, ਕਿਸਾਨਾਂ ਦੇ ਫਸਲਾਂ ਦੀ ਨੁਕਸਾਨ ਦਾ, ਕਿਸਾਨਾਂ ਦੇ ਸੁਸਾਈਡ ਦੇ ਨਾਂ ਦੇ ਉੱਪਰ ਰੋਜ਼ਾਨਾ 14 ਕਰੋੜ, ਪ੍ਰਤੀ ਘੰਟਾ 2 ਕਰੋੜ ਪ੍ਰਾਈਵੇਟ ਕੰਪਨੀਆਂ ਦੇ ਕੋਲ ਜਾ ਰਿਹਾ। ਉਹਨਾਂ ਕੰਪਨੀਆਂ ਦੇ ਕੋਲ ਜਾ ਰਿਹਾ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਪੈਸਾ, ਜਿਨ੍ਹਾਂ ਨੇ ਨਾ ਕੋਈ ਫਸਲ ਉਗਾਈ ਹੈ, ਨਾ ਜਿਨ੍ਹਾਂ ਦੀ ਕੋਈ ਫਸਲ ਖਰਾਬ ਹੋਈ ਹੈ, ਨਾ ਜਿਨ੍ਹਾਂ ਨੂੰ ਨੇ ਕਦੇ ਖੇਤ ਦਾ ਮੂੰਹ ਦੇਖਿਆ, ਨਾ ਜਿਨ੍ਹਾਂ ਨੂੰ ਪਤਾ ਕਿ ਫਸਲ ਕਿਵੇਂ ਉਗਾਈ ਦੀ ਹੈ, ਜਿਨ੍ਹਾਂ ਨੇ ਇੱਕੋ ਹੀ ਫਸਲ ਉਗਾਈ ਵੀ ਹੈ, ਬੀਜੇਪੀ ਵਾਲੀ ਫਸਲ, ਨਰਿੰਦਰ ਮੋਦੀ ਵਾਲੀ ਫਸਲ, ਵੋਟਾਂ ਦੀ ਫਸਲ। ਔਰ ਜਿਹੜੀ ਉਹ ਫਸਲ ਹੈ ਉਹ ਬਹੁਤ ਚੰਗਾ ਝਾੜ 4 ਸਾਲਾਂ ਦੇ ਵਿੱਚ 20,000 ਕਰੋੜ ਦਾ ਝਾੜ ਇਹਨਾਂ ਕੰਪਨੀਆਂ ਨੂੰ ਦੇ ਰਹੀ ਹੈ। ਜੀ, ਸਰਕਾਰੀ ਜਿਹੜੀ ਵੋਟਾਂ ਦੀ ਫਸਲ ਹੈ, ਸਿਆਸਤਦਾਨਾਂ ਦੀ ਵੋਟਾਂ ਦੀ ਫਸਲ ਹੈ, ਉਹਦਾ ਝਾੜ ਚੰਗਾ ਮਿਲ ਰਿਹਾ ਹੈ ਤੇ ਜਿਹਦੇ 'ਚ ਪਾਣੀ ਜਿਹੜਾ ਹੈ ਜਾਂ ਰੇਹ ਖਾਦ ਕਹਿ ਲਓ ਉਹ ਕਾਰਪੋਰੇਟ ਦੇ ਰੂਪ ਦੇ ਵਿੱਚ, ਚੋਣ ਫੰਡ ਦੇ ਰੂਪ ਦੇ ਵਿੱਚ ਜਿਹੜਾ ਹੈ ਪੋਲੀਟੀਕਲ ਪਾਰਟੀਆਂ ਨੂੰ ਦਿੱਤਾ ਜਾਂਦਾ ਹੈ, ਉਹ ਮਿਲ ਰਿਹਾ ਤੇ ਇਹਦੇ 'ਚ ਉਹ ਵੀ ਆਪਣੇ ਹੱਥ ਰੰਗ ਰਹੇ ਨੇ ਕਾਰਪੋਰੇਟ ਅਦਾਰੇ ਵੀ। ਜਿਹੜਾ ਸਾਹਿਬ ਅੰਕੜੇ ਤੁਸੀਂ ਪੇਸ਼ ਕੀਤੇ ਨੇ ਕਿ ਪ੍ਰਤੀ ਦਿਨ 14 ਕਰੋੜ ਹੋ ਗਿਆ ਜਾਂ ਇੰਨੇ 100 ਕਰੋੜ ਜਿਹੜਾ ਉਹਨਾਂ ਨੂੰ ਸਾਲਾਨਾ ਮਿਲ ਰਿਹਾ ਕੰਪਨੀਆਂ ਨੂੰ ਕਿਸਾਨਾਂ ਦੇ ਨਾਂ ਦੇ ਉੱਤੇ, ਕਿਸਾਨਾਂ ਦੀ ਫਸਲ ਖਰਾਬ ਹੋਣ ਦੇ ਨਾਂ ਤੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਨਾਂ ਦੇ ਉੱਤੇ, ਅੰਕੜੇ ਥੋੜੇ ਜਿਹੇ ਖੁਸ਼ਕ ਹੁੰਦੇ ਨੇ। ਥੋੜਾ ਇਹਨੂੰ ਸਰਲ ਭਾਸ਼ਾ 'ਚ ਜੇ ਤੁਸੀਂ ਦੱਸ ਸਕੋ ਸਾਡੇ ਦਰਸ਼ਕਾਂ ਨੂੰ, ਸੂਝਵਾਨ ਦਰਸ਼ਕਾਂ ਨੂੰ, ਫਸਲੀ ਬੀਮਾ ਯੋਜਨਾ ਕੀ ਹੈ ਤੇ ਇਹਦੀ ਦੁਰਵਰਤੋਂ ਕਿਵੇਂ ਹੁੰਦੀ ਹੈ? ਜੋ ਅੰਕੜੇ ਇਸ ਯੋਜਨਾ ਦੇ ਸੰਬੰਧੀ ਮਿਨਿਸਟਰੀ ਆਫ ਐਗਰੀਕਲਚਰ ਗਵਰਨਮੈਂਟ ਆਫ ਇੰਡੀਆ ਦੇ ਕੋਲੋਂ ਮਿਲੇ ਨੇ, ਉਹਦੇ ਮੁਤਾਬਕ ਜੋ ਟੋਟਲ ਪ੍ਰੀਮੀਅਮ ਇਕੱਠਾ ਕੀਤਾ ਕੰਪਨੀਆਂ ਨੇ ਜੀ ਪਿਛਲੇ 4 ਵਿੱਤੀ ਵਰ੍ਹਿਆਂ ਦੇ ਵਿੱਚ ਜੀ 2016-17, 17-18, 18-19 ਤੇ 19-20, ਮਤਲਬ ਇਹ 2014 ਚ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਚ ਕੇਂਦਰ ਚ ਐਨਡੀਏ ਦੀ ਸਰਕਾਰ ਆਈ ਹੈ, ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ, ਇਹ ਉਦੋਂ ਫਸਲੀ ਬੀਮਾ ਯੋਜਨਾ ਲਿਆਂਦੀ ਗਈ। ਉਸ ਤੋਂ ਬਾਅਦ 15-16 ਚ ਇੰਪਲੀਮੈਂਟ ਹੋਈ ਹੈ ਤੇ ਉਹ ਪਿਛਲੇ 4 ਵਿੱਤੀ ਵਰ੍ਹਿਆਂ ਦੇ ਵਿੱਚ ਕੰਪਨੀਆਂ ਨੇ ਜਿੰਨਾ ਟੋਟਲ ਪ੍ਰੀਮੀਅਮ ਇਕੱਠਾ ਕੀਤਾ, 3 ਤਰ੍ਹਾਂ ਦਾ ਪ੍ਰੀਮੀਅਮ ਕੰਪਨੀ ਦੇ ਕੋਲ ਜਾਂਦਾ। ਇੱਕ ਜਾਂਦਾ ਕਿਸਾਨਾਂ ਦਾ ਹਿੱਸਾ ਜਿਹੜਾ ਕਿਸਾਨ ਦਿੰਦੇ ਨੇ, ਦੂਜਾ ਜਾਂਦਾ ਸਟੇਟ ਦਾ ਹਿੱਸਾ, ਸਟੇਟ ਗਵਰਨਮੈਂਟ ਦਿੰਦੀ ਹੈ, ਤੀਜਾ ਜਾਂਦਾ ਸੈਂਟਰ ਗਵਰਨਮੈਂਟ ਦਾ ਹਿੱਸਾ ਜਿਹੜੀ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ। ਇਹ ਜਿਹੜਾ ਟੋਟਲ ਪ੍ਰੀਮੀਅਮ ਇਹਨਾਂ ਕੰਪਨੀਆਂ ਦੇ ਕੋਲ ਗਿਆ, ਉਹਦੇ ਵਿੱਚੋਂ ਇਹਨਾਂ ਨੇ ਜਿਹੜੇ ਕਲੇਮ ਦਿੱਤੇ ਜੇ ਉਹ ਮਾਈਨਸ ਕਰ ਦਈਏ ਤਾਂ ਜਿਹੜਾ ਬਾਕੀ ਅਮਾਉਂਟ ਬਚ ਜਾਂਦਾ ਇਹਨਾਂ ਕੰਪਨੀਆਂ ਦੇ ਕੋਲ ਉਹ 20,000 ਕਰੋੜ ਦਾ ਬਚ ਜਾਂਦਾ। ਓਕੇ, ਜੇ ਅਸੀਂ ਵੱਖ-ਵੱਖ ਕੰਪਨੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਚਹੇਤੀ ਕੰਪਨੀ ਮੋਦੀ ਸਾਹਿਬ ਦੀ, ਬੀਜੇਪੀ ਦੀ, ਰਿਲਾਇੰਸ ਜਨਰਲ ਜਿਹੜੀ ਇਸ ਯੋਜਨਾ ਦੇ ਵਿੱਚ ਵੀ ਸ਼ਾਮਲ ਹੈ, ਜਿਨ੍ਹਾਂ ਤੇ ਉਸ ਰਿਲਾਇੰਸ ਜਨਰਲ ਨੇ 6418 ਕਰੋੜ ਦਾ ਪ੍ਰੀਮੀਅਮ ਇਕੱਠਾ ਕੀਤਾ। ਇਹ ਸਾਰੇ ਆਰਟੀਆਈ ਦੇ ਅੰਕੜੇ ਨੇ ਜੀ 6418 ਕਰੋੜ ਦਾ ਗ੍ਰਾਸ ਪ੍ਰੀਮੀਅਮ ਇਕੱਠਾ ਕੀਤਾ 4 ਸਾਲਾਂ ਦੇ ਵਿੱਚ ਤੇ ਉਹਦੇ ਵਿੱਚੋਂ 3556 ਕਰੋੜ ਦੇ ਜਿਹੜੇ ਕਲੇਮ ਹੈ ਉਹਨਾਂ ਨੇ ਅਦਾ ਕੀਤੇ ਨੇ। ਮਤਲਬ ਕਿ ਕਰੀਬ 3000 ਕਰੋੜ 2862 ਕਰੋੜ ਉਹ ਜਿਹੜਾ ਹੈਗਾ ਰਿਲਾਇੰਸ ਜਨਰਲ ਦੇ ਕੋਲ ਬਚ ਗਿਆ 4 ਸਾਲਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੇ ਨਾਂ ਦੇ ਉੱਪਰ। ਔਰ ਇੱਥੇ ਬਸ ਨਹੀਂ, ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇੱਕ ਹਿੱਸਾ ਗਵਰਨਮੈਂਟ ਆਫ ਇੰਡੀਆ ਪਾਉਂਦੀ ਹੈ ਪ੍ਰੀਮੀਅਮ ਦਾ, ਤੇ ਗਵਰਨਮੈਂਟ ਆਫ ਇੰਡੀਆ ਨੇ ਰਿਲਾਇੰਸ ਕੰਪਨੀ ਨੂੰ ਪ੍ਰੀਮੀਅਮ ਦੇਣ ਦੇ ਲਈ ਜਿਹੜਾ ਹਿੱਸਾ ਪਾਇਆ, ਕੱਲੀ ਰਿਲਾਇੰਸ ਕੰਪਨੀ ਨੂੰ, ਉਹ ਪਾਇਆ 2642 ਕਰੋੜ ਦਾ। ਹੁਣ ਜਿਹੜਾ 2642 ਕਰੋੜ ਇਹ ਲੋਕਾਂ ਦੇ ਟੈਕਸ ਦਾ ਪੈਸਾ ਹੈ। ਬਿਲਕੁਲ ਜੀ, ਇਹ ਜਿਹੜਾ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ 2642 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਨੇ, ਮੋਦੀ ਸਾਹਿਬ ਦੀ ਸਰਕਾਰ ਨੇ ਰਿਲਾਇੰਸ ਕੰਪਨੀ ਨੂੰ ਭੇਜਿਆ। ਫਿਰ ਉਹ ਤਾਂ ਸਾਰਾ ਰਿਲਾਇੰਸ ਕੰਪਨੀ ਜੋਗੇ ਰਹਿ ਗਿਆ ਕਿਉਂਕਿ 2642 ਕਰੋੜ ਤਾਂ ਉਹਨਾਂ ਨੂੰ ਗਿਆ ਤੇ 2800 ਕਰੋੜ ਤੋਂ ਜ਼ਿਆਦਾ ਉਹਨਾਂ ਦੇ ਕੋਲੇ ਬਚਿਆ। ਪਰ ਇਹਦਾ ਦੇਖੋ ਕਾਨੂੰਨ ਦੇਖੋ ਬਕਾਇਦਾ ਤੌਰ ਤੇ ਇਹਦੀ ਤਰਮੀਮਾਂ ਕਰਕੇ ਕਾਨੂੰਨ ਦੇ ਵਿੱਚ ਇਹ ਜਿਹੜਾ ਫੈਸਲਾ ਕੀਤਾ ਗਿਆ ਹੋਏਗਾ 2014 ਦੇ ਰਿਜਾਈਮ ਤੋਂ ਬਾਅਦ, ਜਿਹੜਾ 15-16 ਜਾਂ 16-17 ਚ ਤੁਸੀਂ ਕਹਿੰਦੇ ਹੋ ਕਿ ਇਹ ਲਾਗੂ ਹੋਇਆ ਹੈ, ਪਰ ਇਹਦੇ ਚ ਇੱਕ ਵਿਧੀ ਵਿਧਾਨ ਵੀ ਬਣਿਆ ਹੋਏਗਾ ਕਿ ਕੰਪਨੀ ਜਿਹੜੀ ਹੈਗੀ ਹੈ ਰਿਲਾਇੰਸ ਕੰਪਨੀ, ਬੀਮਾ ਕੰਪਨੀ ਹੈ ਜਾਂ ਕੋਈ ਵੀ ਕੰਪਨੀ ਹੈ ਜਿਹੜੀ ਬੀਮਾ ਕਰਦੀ ਹੈ ਫਸਲਾਂ ਦਾ, ਉਹ ਉਦੋਂ ਹੀ ਬਾਉਂਡ ਹੈ ਜਦੋਂ ਇਹ 5, 6 ਜਾਂ 10 ਚੀਜ਼ਾਂ ਨੇ ਵੀ ਇਹ ਨੁਕਸਾਨ ਹੁੰਦੇ ਨੇ। ਜੇ ਉਹ ਨੁਕਸਾਨ ਹੀ ਨਹੀਂ ਹੋਏ ਫਸਲਾਂ ਦੇ ਤਾਂ ਫਿਰ ਉਹ ਤਾਂ ਉਹਨਾਂ ਕੋਲ ਹੀ ਬਚਣੀ ਸੀ ਨਾ। ਜੇ ਉਹਨਾਂ ਨੂੰ ਦੇਣੇ ਪੈ ਜਾਂਦੇ ਤਾਂ ਉਹ ਘਾਟੇ 'ਚ ਵੀ ਜਾਂਦੇ। ਉਦੋਂ ਤੁਹਾਡੇ ਵਰਗੇ ਆਰਟੀਆਈ ਐਕਟਿਵਿਸਟ ਜਿਹੜੇ ਨੇ ਉਦੋਂ ਚੁੱਪ ਰਹਿੰਦੇ ਨੇ। ਇਹ ਅਕਸਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੁਲਾਰੇ ਨੇ ਅਕਸਰ ਤੁਹਾਡੇ ਦੋਸ਼ ਲਾਉਂਦੇ ਨੇ। ਦੇਖੋ ਗੱਲ ਇਹ ਹੈ ਕਿ ਕੋਈ ਵੀ ਜਿਹੜੀ ਕੰਪਨੀ ਹੈ
ਉਹ ਜਦੋਂ ਕਿਸੇ ਸੈਕਟਰ ਦੇ ਵਿੱਚ ਆਏਗੀ ਉਹ ਮੁਨਾਫਾ ਕਮਾਉਣ ਲਈ ਆਏਗੀ ਜੀ। ਉਹ ਘਾਟੇ ਦੇ ਲਈ ਨਹੀਂ ਕੋਈ ਵੀ ਕੰਪਨੀ ਆਉਂਗੀ, ਚਾਹੇ ਕੰਪਨੀ ਕਿਸੇ ਦੀ ਵੀ ਹੋਵੇ, ਉਹ ਮੁਨਾਫਾ ਕਮਾਉਣ ਦੇ ਲਈ ਆਉਂਗੀ ਜੀ। ਜਦੋਂ ਸਾਨੂੰ ਪਤਾ ਕਿ ਜਿਹੜਾ ਇਹ ਕੰਮ ਹੈ ਇਹ ਮੁਨਾਫਾ ਕਮਾਉਣ ਵਾਲਾ ਹੈ ਨਹੀਂ, ਕਿਸਾਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਦੇਣਾ ਸਰਕਾਰ ਦਾ ਕੰਮ ਹੈ ਜੀ। ਕਿਸਾਨਾਂ ਨੂੰ ਸੁਸਾਈਡ ਤੋਂ ਬਚਾਉਣਾ, ਉਹਦੇ ਲਈ ਮੁਆਵਜ਼ਾ ਦੇਣਾ, ਸਪੋਰਟ ਦੇਣੀ ਸਰਕਾਰ ਦਾ ਕੰਮ ਹੈ। ਅਸੀਂ ਉਸ ਕੰਮ ਦੇ ਵਿੱਚ ਫਿਰ ਬਿਜ਼ਨਸ ਨੂੰ ਕਿਉਂ ਇਨਵੋਲਵ ਕਰ ਰਹੇ ਹਾਂ, ਉਸ ਕੰਮ ਦੇ ਵਿੱਚ ਕੰਪਨੀਆਂ ਨੂੰ ਕਿਉਂ ਇਨਵੋਲਵ ਕਰ ਰਹੇ ਹਾਂ। ਜਦੋਂ ਮੈਂ ਸਿੱਧੀ ਭਾਸ਼ਾ ਦੇ ਵਿੱਚ ਦੱਸਾਂ ਕਿ ਅਸੀਂ ਜਦੋਂ ਜਿਹੜਾ ਦਾਨ ਦੇਣਾ ਕਿਸੇ ਚੀਜ਼ ਦੇ ਲਈ, ਕੋਈ ਦਾਨ ਦਿੰਦਾ, ਕੋਈ ਸਪੋਰਟ ਦਿੰਦਾ, ਉਹ ਤਾਂ ਡਾਇਰੈਕਟ ਦਿੱਤੀ ਜਾਂਦੀ ਹੈ। ਜੇ ਉਹਦੇ ਵਿੱਚ ਵੀ ਅਸੀਂ ਏਜੰਟਾਂ ਨੂੰ ਇਨਵੋਲਵ ਕਰਾਂਗੇ ਤਾਂ ਸਿੱਧੇ ਤੌਰ ਤੇ ਜਿਹੜੀ ਉਹ ਸਪੋਰਟ ਹੈ ਉਹ ਏਜੰਟਾਂ ਦੇ ਕੋਲ ਵੀ ਜਾਏਗੀ। ਸੋ ਜਦੋਂ ਸਾਨੂੰ ਪਤਾ ਕਿ ਇਹ ਜਿਹੜਾ ਸਰਕਾਰ ਦਾ ਪੈਸਾ ਲੋੜਵੰਦ ਲੋਕਾਂ ਦੇ ਕੋਲ ਜਾਣਾ, ਜਿਨ੍ਹਾਂ ਨੂੰ ਲੋੜ ਹੈ, ਜਿਹਨਾਂ ਨੂੰ ਸੁਸਾਈਡ ਤੋਂ ਬਚਾਉਣਾ, ਜਦੋਂ ਅਸੀਂ ਉਹਦੇ 'ਚ ਕੰਪਨੀਆਂ ਨੂੰ ਲੈ ਕੇ ਆ ਰਹੇ, ਸਾਡੀ ਉਹਦੇ 'ਚ ਇਲ ਵਿਲ ਹੈ, ਸਾਡੀ ਉਹਦੇ 'ਚ ਬਦਨੀਤੀ ਹੈ, ਉਹਦੇ 'ਚ ਕੰਪਨੀਆਂ ਨੂੰ ਲੈ ਕੇ ਆਉਣ ਦੀ ਕੀ ਲੋੜ ਹੈ ਪਹਿਲੀ ਗੱਲ ਤਾਂ। ਕਿਉਂਕਿ ਜਾਂ ਤਾਂ ਇਹ ਆਸ ਜਦੋਂ ਰੱਖੀ ਹੀ ਨਹੀਂ ਜਾ ਸਕਦੀ ਕਿ ਪ੍ਰਾਈਵੇਟ ਕੰਪਨੀਆਂ ਕੋਈ ਆਪਣੇ ਕੋਲੋਂ ਦੇਣਗੀਆਂ, ਆਪਣੇ ਕੋਲੋਂ ਘਾਟਾ ਖਾ ਕੇ ਦੇਣਗੀਆਂ, ਫਿਰ ਉਹਦੇ 'ਚ ਕੰਪਨੀਆਂ ਨੂੰ ਇਨਵੋਲਵ ਕਰਨ ਦੀ ਕੀ ਲੋੜ ਹੈ, ਫਿਰ ਕਿਹੜੀ ਸਰਵਿਸ ਹੈ ਜਿਹੜੀ ਕੰਪਨੀਆਂ ਦੇ ਕੋਲੋਂ ਲੈਣੀ ਹੈ। ਸੱਚਾਈ ਇਹ ਹੈ ਕਿ ਕੰਪਨੀਆਂ ਨੂੰ ਸਿੱਧੇ ਤਰੀਕੇ ਨਾਲ ਲਾਭ ਦੇਣ ਦੇ ਲਈ ਅਜਿਹੀਆਂ ਯੋਜਨਾਵਾਂ ਡਿਜ਼ਾਈਨ ਕੀਤੀਆਂ ਜਾਂਦੀਆਂ ਕਿ ਜਿਹੜਾ ਪੈਸਾ ਸਰਕਾਰ ਤੋਂ ਚੱਲ ਕੇ ਸਿੱਧਾ ਕਿਸਾਨਾਂ ਦੇ ਕੋਲ ਜਾਣਾ, ਉਹਨੂੰ ਕੰਪਨੀਆਂ ਦੇ ਰਾਹੀਂ ਡਿਵਰਟ ਕਰ ਦਿਓ ਔਰ ਵਿੱਚੋਂ ਕੰਪਨੀਆਂ ਨੂੰ ਆਪਣਾ ਚੋਖਾ ਮੁਨਾਫਾ ਕਮਾਉਣ ਦਾ ਜਿਹੜਾ ਮੌਕਾ ਮਿਲ ਜੇ ਔਰ ਨਾਂ ਦੇ ਦਿਓ ਉਹਨੂੰ ਫਸਲ ਬੀਮਾ ਯੋਜਨਾ ਦਾ ਕਿ ਫਸਲ ਬੀਮਾ ਯੋਜਨਾ ਹੈ। ਇਹੀ ਚੀਜ਼ ਅੰਕੜੇ ਬੋਲਦੇ ਨੇ। ਗਵਰਨਮੈਂਟ ਆਫ ਇੰਡੀਆ ਨੇ ਆਪਣੇ ਕੋਲੋਂ ਜੇ ਸਟੇਟ ਗਵਰਨਮੈਂਟ ਦਾ ਪ੍ਰੀਮੀਅਮ ਛੱਡ ਦਈਏ, ਕਿਸਾਨਾਂ ਦਾ ਪ੍ਰੀਮੀਅਮ ਛੱਡ ਦਈਏ, ਗਵਰਨਮੈਂਟ ਆਫ ਇੰਡੀਆ ਨੇ ਆਪਣੇ ਕੋਲੋਂ ਆਪਣੇ ਹਿੱਸੇ ਵਜੋਂ 44,000 ਕਰੋੜ ਭੇਜੇ ਵੱਖ-ਵੱਖ ਕੰਪਨੀਆਂ ਨੂੰ 4 ਸਾਲਾਂ ਦੇ ਵਿੱਚ। ਤੇ ਉਹ 44,000 ਕਰੋੜ ਦੇਖੋ, ਜੇ ਕਿਸਾਨਾਂ ਦੇ ਕੋਲ ਪੈਸਾ ਪਹੁੰਚਣਾ ਚਾਹੀਦਾ ਸੀਗਾ, 44,000 ਕਰੋੜ ਪਹੁੰਚ ਕੇ ਵੀ ਜੇ ਕਿਸਾਨਾਂ ਦੀ ਜਾਨ ਛੁੱਟ ਜਾਂਦੀ ਤਾਂ ਬਹੁਤ ਚੰਗੀ ਗੱਲ ਸੀ। ਪਰ ਹੋਇਆ ਕਿ ਉਹ 44,000 ਕਰੋੜ ਦੇ ਵਿੱਚੋਂ 20,000 ਕਰੋੜ ਤੋਂ ਜ਼ਿਆਦਾ ਤਾਂ ਜਿਹੜਾ ਕੰਪਨੀਆਂ ਦਾ ਮੁਨਾਫਾ ਹੈ ਉਹ ਕਿਸ ਖੁਸ਼ੀ ਦੇ ਵਿੱਚ ਉਹਨਾਂ ਨੂੰ ਦਿੱਤਾ ਗਿਆ। ਉਹ ਕੰਪਨੀਆਂ ਨੇ ਕਿਹੜੀ ਫਸਲ ਲਗਾਈ ਵੀ ਹੈ, ਉਹ ਕੰਪਨੀਆਂ ਨੇ ਦੀ ਕਿਹੜੀ ਫਸਲ ਖਰਾਬ ਹੋ ਗਈ, ਉਹਨਾਂ ਨੇ ਕਿਹੜੇ ਖੇਤ ਦੇ ਵਿੱਚ ਮਿਹਨਤ ਕੀਤੀ ਵੀ ਹੈ। ਸੋ ਇਹ ਯੋਜਨਾਵਾਂ, ਇਹ ਕਾਨੂੰਨ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤੇ ਜਾਂਦੇ ਆ ਆਪਣੀਆਂ ਚਹੇਤੀਆਂ ਕੰਪਨੀਆਂ ਨੂੰ ਲਾਭ ਦੇਣ ਦੇ ਲਈ। ਡਾਕਟਰ ਸਾਹਿਬ, ਜੇ ਮੈਂ ਗਲਤ ਨਾ ਹੋਵਾਂ, ਤੁਸੀਂ ਨਾਮਵਰ ਵਕੀਲ ਵੀ ਹੋ, ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਤੁਸੀਂ ਪ੍ਰੈਕਟਿਸ ਕਰਦੇ ਹੋ, ਤੁਹਾਨੂੰ ਲੱਗਦਾ ਹੈ, ਤੁਹਾਨੂੰ ਕੋਈ ਸਮੈਲ ਆਉਂਦੀ ਹੈ ਇਸ ਚੋਂ ਕਿ ਜੋ ਇਹ 3 ਕਾਲੇ ਕਾਨੂੰਨ ਲਿਆਂਦੇ ਗਏ ਨੇ ਜੀ ਹੁਣ ਦੂਜੇ ਰਜਾਇਮ 'ਚ ਜਾ ਕੇ, ਜਿਨ੍ਹਾਂ ਦਾ ਸਭ ਤੋਂ ਵੱਡਾ ਹੁਣ ਕੌਮਾਂਤਰੀ ਪੱਧਰ ਦੇ ਉੱਤੇ ਜਿਹੜਾ ਵੱਡਾ ਸਵਾਲ ਖੜਾ ਹੋ ਗਿਆ ਮੌਜੂਦਾ ਸਰਕਾਰ ਦੇ ਉੱਤੇ, ਮੌਜੂਦਾ ਤੰਤਰ ਦੇ ਉੱਤੇ, ਈਵਨ ਕਿ ਇੱਕ ਸਵੀਡਿਸ਼ ਜਿਹੜੀ ਹੈਗੀ ਆ ਮੀਡੀਆ ਕੰਪਨੀ ਨੇ ਜੋ ਸਰਵੇ ਤੋਂ ਬਾਅਦ ਆਪਣੀ ਰਿਪੋਰਟ, ਸਟੱਡੀ ਰਿਪੋਰਟ ਦੇ ਵਿੱਚ ਇੰਡੀਆ ਨੂੰ ਇੱਕ ਤਾਨਾਸ਼ਾਹੀ ਲੋਕਤੰਤਰ ਤੱਕ ਕਹਿ ਦਿੱਤਾ, ਗਣਤੰਤਰ ਨੂੰ ਇੱਕ ਤੰਤਰ ਤੱਕ ਕਹਿ ਦਿੱਤਾ, ਆਟੋਕ੍ਰੇਸੀ ਡੈਮੋਕ੍ਰੇਸੀ ਕਹਿ ਦਿੱਤਾ ਇੰਡੀਆ ਨੂੰ। ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਨਾ ਹੋਵੇ, ਇਹ ਨੌਬਤ ਮਤਲਬ ਕਾਲੇ ਕਾਨੂੰਨਾਂ ਕਰਕੇ ਇੰਡੀਆ ਦੇ ਬਾਰੇ ਆ ਗਈ ਹੈ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਮ ਭਰਦਾ ਰਿਹਾ ਹੁਣ ਤੱਕ। ਅਧੂਰੀ ਆਜ਼ਾਦੀ ਵਾਲਾ ਦੇਸ਼ ਇੰਡੀਆ ਨੂੰ ਕਹਿਣ ਲੱਗ ਪਏ ਨੇ। ਗੱਲ ਆ ਰਹੀ ਹੈ ਕਿ 3 ਜਿਹੜੇ ਵਿਵਾਦਿਤ ਖੇਤੀ ਕਾਨੂੰਨ ਬਣੇ ਨੇ, ਉਹਨਾਂ ਦਾ ਝਲਕਾਰਾ ਤਾਂ 2014 ਦੀ ਸਰਕਾਰ ਤੋਂ ਬਾਅਦ ਫਸਲੀ ਬੀਮਾ ਯੋਜਨਾ ਦੇ ਵਿੱਚ ਹੀ ਮਿਲ ਗਿਆ ਸੀ, ਸਾਨੂੰ ਸਮਝ ਨਹੀਂ ਆਇਆ ਸੀ ਉਦੋਂ। ਬਿਲਕੁਲ, ਤੁਸੀਂ ਬਿਲਕੁਲ ਸਹੀ ਇਹ ਗੱਲ ਕਹੀ ਹੈ ਜੀ। 3 ਕਾਲੇ ਕਾਨੂੰਨ ਤਾਂ ਹੁਣ ਉਹ ਚੀਜ਼ ਹੈ ਜਿਹੜੀ ਚੋਰੀ ਫੜੀ ਗਈ ਹੈ, ਜਿਹੜੀ ਚੋਰੀ ਤੇ ਰੌਲਾ ਪੈ ਗਿਆ। ਅਸਲ 'ਚ ਠੱਗੀ ਠੋਰੀ ਚੋਰੀ ਜਦੋਂ ਮੋਦੀ ਸਾਹਿਬ ਪਾਇਲਟ ਪ੍ਰੋਜੈਕਟ ਉਦੋਂ ਹੀ ਰੱਖ ਦਿੱਤਾ ਸੀ, ਦੇਖੀਏ ਨਵੀਂ ਤੋਂ ਕਿ ਲੋਕਾਂ ਦੇ ਉਦੋਂ ਹੀ ਸ਼ੁਰੂ ਕਿਸੇ ਦੇ ਪੱਲੇ ਪੈਂਦਾ ਕਿ ਨਹੀਂ ਪੈਂਦਾ ਹੈਗਾ ਹੋ ਗਿਆ ਸੀਗਾ। ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਅਸੀਂ ਉਦੋਂ ਵੀ ਹੋਕਾ ਦਿੰਦੇ ਰਹੇ, ਉਦੋਂ ਵੀ ਪ੍ਰੈਸ ਦੇ ਰਾਹੀਂ, ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਲੋਕਾਂ ਨੂੰ ਜਗਾਉਂਦੇ ਰਹੇ ਕਿ ਆਹ ਕੁਝ ਕਿਸਾਨਾਂ ਦੇ ਨਾਂ ਦੇ ਉੱਪਰ ਆਹ ਕੁਝ ਕੀਤਾ ਜਾ ਰਿਹਾ ਇਹ ਜਿਹੀਆਂ ਯੋਜਨਾਵਾਂ ਦੇ ਵਿੱਚ। ਤੇ ਜੇ ਹੁਣ ਮੋਦੀ ਸਰਕਾਰ ਕਹਿੰਦੀ ਹੋਵੇ ਕਿ ਨਹੀਂ ਜੀ, ਉਹ ਜਿਹੜਾ ਕਾਲੇ ਕਾਨੂੰਨ ਦੇ ਨਾਲ ਤਾਂ MSP ਖਤਮ ਨਹੀਂ ਹੋ ਰਿਹਾ, ਸਰਕਾਰੀ ਮੰਡੀਆਂ ਤੱਕ ਖਤਮ ਨਹੀਂ ਹੋ ਰਹੀਆਂ, ਉਹਨਾਂ ਦੀ ਬਦਨੀਤੀ ਇੱਥੋਂ ਫੜੀ ਜਾਂਦੀ ਹੈ ਕਿ ਜਿਹੜੀ ਸਰਕਾਰ ਕਿਸਾਨਾਂ ਦੇ ਫਸਲ ਦੇ ਨੁਕਸਾਨ ਦੇ ਨਾਂ ਪਰ ਵੀ ਪ੍ਰਾਈਵੇਟ ਕੰਪਨੀਆਂ ਨੂੰ 20,000 ਕਰੋੜ ਦੀ ਕਮਾਈ ਕਰਾ ਰਹੀ ਹੋਵੇ, ਉਹਦੇ ਕੋਲੋਂ ਮੂੰਹ ਜ਼ਬਾਨੀ ਕਿੱਦਾਂ ਮੰਨ ਲਿਆ ਜਾਵੇ ਕਿ MSP ਖਤਮ ਨਹੀਂ ਹੋਏਗੀ? ਉਹਦੇ ਕੋਲੋਂ ਮੂੰਹ ਜ਼ਬਾਨੀ ਕਿੱਦਾਂ ਮੰਨ ਲਿਆ ਜਾਵੇ ਕਿ ਸਰਕਾਰੀ ਮੰਡੀਆਂ ਖਤਮ ਨਹੀਂ ਹੋਣਗੀਆਂ? ਜਦੋਂ ਤੁਹਾਡੀ ਪੋਲ ਹੀ ਖੁੱਲ ਗਈ ਕਿ ਤੁਸੀਂ ਲੋਕਤੰਤਰ ਨੂੰ ਜਿਹੜੀ ਹੈ ਪਬਲਿਕ ਵੈਲਫੇਅਰ ਸਟੇਟ ਦੀ ਬਜਾਏ ਤੁਸੀਂ ਵਪਾਰੀਆਂ ਦੇ ਹੱਕ ਦਾ ਵਪਾਰ ਤੰਤਰ ਬਣਾਤਾ, ਤੁਸੀਂ ਕਾਰਪੋਰੇਟਸ ਦੇ ਹੱਕ ਦਾ ਕਾਰਪੋਰੇਟ ਤੰਤਰ ਬਣਾਤਾ, ਜਿੱਥੇ ਹਰ ਪਾਲਿਸੀ ਜਿਹੜੀ ਹੈ ਉਹ ਕਾਰਪੋਰੇਟ ਦੇ ਹੱਕ ਦੇ ਵਿੱਚ ਬਣ ਰਹੀ ਹੈ, ਜਿੱਥੇ ਹਰ ਪਾਲਿਸੀ ਇਹ ਦੇਖ ਕੇ ਨਹੀਂ ਬਣ ਰਹੀ ਕਿ ਗਰੀਬ ਦਾ ਫਾਇਦਾ ਕਿਵੇਂ ਕਰਨਾ, ਗਰੀਬ ਕਿਸਾਨ ਦਾ ਫਾਇਦਾ ਕਿਵੇਂ ਕਰਨਾ, ਸਗੋਂ ਇਹ ਦੇਖ ਕੇ ਬਣ ਰਹੀ ਹੈ ਕਿ ਗਰੀਬ ਕਿਸਾਨ ਦੀ ਰੋਟੀ ਦੇ ਵਿੱਚੋਂ ਵੀ ਕਾਰਪੋਰੇਟ ਦਾ ਫਾਇਦਾ ਕਿਵੇਂ ਕਰਨਾ। ਲੋੜਵੰਦ ਤੱਕ ਜਿਹੜੀ ਚੀਜ਼ ਜਿਹੜੀ ਹੈਗੀ ਆ, ਲੋੜਵੰਦ ਦੀ ਲੋੜ ਕੀ ਹੈ, ਉਹਨੂੰ ਮੱਦੇਨਜ਼ਰ ਰੱਖ ਕੇ ਉਹਦੇ ਦੁਆਲੇ ਇੱਕ ਤੰਤਰ ਰਚਿਆ ਜਾਂਦਾ ਹੈ। ਮੈਂ ਜੀ ਡਿਟੇਲ ਦੇ ਵੱਡੇ ਵਿੱਚ ਗੁੰਝਲਦਾਰ ਕਾਨੂੰਨ ਰਚੇ ਜਾਂਦੇ ਨੇ
ਤੇ ਉਸ ਦੇ ਬਹਾਨੇ ਨਾਲ ਜਿਹੜਾ ਹੈਗਾ ਫਾਇਦਾ ਉਹਨਾਂ ਨੂੰ ਪਹੁੰਚਾਇਆ ਜਾਂਦਾ ਹੈ ਜਿਹੜੇ ਧਨਾੜ ਨੇ ਤੇ ਹੋਰ ਧਨਾੜ ਹੁੰਦੇ ਜਾ ਰਹੇ ਨੇ, ਤੇ ਜਦੋਂ ਵੋਟਾਂ ਆਉਂਦੀਆਂ ਨੇ ਤੇ ਉਹਨਾਂ ਕੋਲੋਂ ਥੈਲੀਆਂ ਲੈ ਕੇ ਫਿਰ ਉਹ ਇਲੈਕਸ਼ਨ ਲੜੀ ਜਾਂਦੀ ਹੈ। ਇਹ ਬੇਸਿਕਲੀ ਇੱਕ ਚੱਕਰ ਹੈ ਜਿਹੜਾ ਆਪਾਂ ਨੂੰ ਸਮਝਣਾ ਪੈਣਾ ਬਹੁਤ ਜ਼ਰੂਰੀ ਹੈ, ਜਿਹਦੀ ਥਾਂ ਅੱਜ ਤੋਂ 5 ਸਾਲ ਪਹਿਲਾਂ ਜਾਂ 6 ਸਾਲ ਪਹਿਲਾਂ ਉਦੋਂ ਲੱਗ ਗਈ ਸੀ ਜਦੋਂ ਇਹ ਫਸਲੀ ਬੀਮਾ ਯੋਜਨਾ ਜਿਹੜਾ ਇੰਪਲੀਮੈਂਟ ਕੀਤਾ ਸੀ ਸਰਕਾਰ ਨੇ, ਕੇਂਦਰ ਸਰਕਾਰ ਨੇ, ਕਿਉਂਕਿ ਇਹਨਾਂ ਦੀ ਰਜਾਇਮ ਸੀ। ਪਿਛਲੀ ਵਾਰ ਇਹ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ 'ਚ ਨਹੀਂ ਸੀਗੇ, ਇਸ ਵਾਰ ਮਜ਼ਬੂਤ ਸਥਿਤੀ 'ਚ ਆਏ ਨੇ। ਤਾਂ ਐਤਕੀ ਇਹਨਾਂ ਨੇ ਵੱਡਾ ਪੰਗਾ ਜਿਹੜਾ ਅਗਲਾ 3 ਕਾਲੇ ਕਾਨੂੰਨਾਂ ਦਾ ਲਿੱਤਾ ਹੈ। ਤੇ ਜਦ ਕਿ ਜੇਕਰ ਇਹ ਚੀਜ਼ ਆਪਾਂ ਨੂੰ 5-7 ਸਾਲ ਪਹਿਲਾਂ ਪਤਾ ਲੱਗ ਜਾਂਦੀ ਤਾਂ 2019 ਦੀ ਵੋਟਾਂ ਵੇਲੇ ਸੰਭਲੇ ਹੁੰਦੇ ਤਾਂ ਸ਼ਾਇਦ ਅੱਜ ਹਾਲਾਤ ਹੋਰ ਹੋਣੇ ਸੀ। ਚੜਾ ਸਾਹਿਬ ਅਗਲੀ ਗੱਲ ਤੁਸੀਂ ਕੀ ਕਹਿੰਦੇ? ਜੀ ਮੈਂ ਵਿਸਤਾਰ ਦੇ ਵਿੱਚ ਦੱਸਾਂ ਕਿ ਕਿਸ ਤਰੀਕੇ ਨਾਲ ਸਰਕਾਰ ਨੇ ਬਦਨੀਤੀ ਕੀਤੀ ਹੈ। ਇਸ ਯੋਜਨਾ ਦੇ ਵਿੱਚੋਂ ਪ੍ਰਾਈਵੇਟ ਕੰਪਨੀਆਂ ਨੇ ਜਿੰਨਾ ਟੋਟਲ ਪ੍ਰੀਮੀਅਮ ਕੀਤਾ ਇਕੱਠਾ ਕੀਤਾ ਉਹਦੇ ਵਿੱਚੋਂ ਜਿੰਨੇ ਉਹਨਾਂ ਨੇ ਕਲੇਮ ਦਿੱਤੇ ਜੀ, ਜੇ ਉਹਦੇ ਹਿਸਾਬ ਨਾਲ ਅਸੀਂ ਮੁਨਾਫੇ ਦੀ ਗੱਲ ਕਰੀਏ ਜਾਂ ਉਹਨਾਂ ਕੋਲ ਬਾਕੀ ਬਚੇ ਹੋਏ ਪੈਸਿਆਂ ਦੀ ਗੱਲ ਕਰੀਏ ਤਾਂ ਕੰਪਨੀਆਂ ਨੇ 73% ਤੱਕ ਕਮਾਈ ਕੀਤੀ ਹੈ ਜੀ। ਕਿਸੇ ਨੇ ਘੱਟ, ਕਿਸੇ ਨੇ ਵੱਧ ਤੋਂ ਵੱਧ 73% ਕਿਸੇ ਕਾਰੋਬਾਰ 'ਚ ਇੰਨੀ ਕਮਾਈ। ਇੱਕ ਕੰਪਨੀ ਨੇ ਟੋਟਲ ਪ੍ਰੀਮੀਅਮ ਦੇ ਵਿੱਚੋਂ 73% ਤੱਕ ਕਮਾਈ ਕੀਤੀ ਹੈ। ਸਭ ਤੋਂ ਮਹਿੰਗਾ ਹੋਇਆ ਹੋਇਆ ਕਿਸੇ ਨੇ 55%, ਕਿਸੇ ਨੇ 44%, ਕਿਸੇ ਨੇ 60% ਕਮਾਈ ਕੀਤੀ ਹੈ। ਜੇਕਰ ਸਰਕਾਰ ਦੀ ਨੀਅਤ ਸਾਫ਼ ਹੁੰਦੀ ਤਾਂ ਇਹਦੇ ਤੇ ਕੋਈ ਜਿਹੜਾ ਕੋਈ ਲਿਮਿਟ ਰੱਖੀ ਹੁੰਦੀ ਕਿ ਵੱਧ ਤੋਂ ਵੱਧ ਕਿੰਨਾ ਜਿਹੜਾ ਆਪਣਾ ਉਹਦੇ 'ਚ ਰੱਖ ਸਕਦੇ ਆ। ਕੋਈ ਇਦਾਂ ਦਾ ਕੋਈ ਰੂਲ ਨਹੀਂ ਬਣਾਇਆ, ਸਗੋਂ ਖੁੱਲੀ ਜਿਹੜੀ ਹੈ ਉਹ ਉਹਨਾਂ ਨੂੰ ਛੂਟ ਦੇ ਦਿੱਤੀ ਕਮਾਈ ਕਰਨ ਦੀ। ਔਰ ਇੱਕ ਹੋਰ ਸਭ ਤੋਂ ਵੱਡਾ ਇਹਦੇ ਜਿਹੜਾ ਲੂਪ ਹੋਲ ਹੈ, ਜਿਹੜੀ ਧੋਖਾਧੜੀ ਹੈ, ਉਹ ਹੈ ਕਿ ਇਸੇ ਯੋਜਨਾ ਦੇ ਵਿੱਚ 2 ਪਬਲਿਕ ਸੈਕਟਰ ਕੰਪਨੀਆਂ ਵੀ ਹੈਗੀਆਂ ਜੀ, ਮਤਲਬ ਲੋਕਾਂ ਦੀਆਂ ਕੰਪਨੀਆਂ, ਨਿਊ ਇੰਡੀਆ ਤੇ ਓਰੀਐਂਟਲ। ਓਕੇ, ਹੁਣ ਦੇਖੋ ਇਹ ਕਿਹੜਾ ਫਾਰਮੂਲਾ ਕਿ ਇੱਕੋ ਹੀ ਯੋਜਨਾ ਦੇ ਵਿੱਚੋਂ ਜਿਹੜੀ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਹੈ ਉਹ 1700 ਕਰੋੜ ਦੇ ਘਾਟੇ 'ਚ ਜਾ ਰਹੀ ਹੈ, ਜਿਹੜੀ ਪਬਲਿਕ ਸੈਕਟਰ ਕੰਪਨੀ ਹੈ। ਜਿਹੜੀ ਓਰੀਐਂਟਲ ਪਬਲਿਕ ਸੈਕਟਰ ਕੰਪਨੀ ਹੈ ਉਹ 1450 ਕਰੋੜ ਦੇ ਘਾਟੇ 'ਚ ਜਾ ਰਹੀ ਹੈ। ਤੇ ਉਸੇ ਯੋਜਨਾ ਦੇ ਵਿੱਚੋਂ ਰਿਲਾਇੰਸ 3000 ਕਰੋੜ ਦੇ ਵਾਧੇ ਜਾ ਰਹੀ ਹੈ। ਉਸੇ ਯੋਜਨਾ ਦੇ ਵਿੱਚੋਂ ਹੋਰ ਕੰਪਨੀਆਂ 4 ਸਾਲ ਦੇ ਵਿੱਚ 20000 ਕਰੋੜ ਦਾ ਮੁਨਾਫਾ ਇਕੱਠਾ ਕਰ ਰਹੀਆਂ ਨੇ। ਮਤਲਬ ਕਿ ਖਾਸ ਬੇਨਤਬੰਦੀ ਕੀਤੀ ਗਈ ਹੈ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦੇਣ ਦੇ ਲਈ, ਕਾਰਪੋਰੇਟ ਕੰਪਨੀਆਂ ਨੂੰ ਫਾਇਦਾ ਦੇਣ ਦੇ ਲਈ। ਨਹੀਂ ਤਾਂ ਜਿਹੜੀਆਂ ਇਹ ਕਿਵੇਂ ਹੋ ਸਕਦਾ ਕਿ ਇੱਕੋ ਹੀ ਯੋਜਨਾ ਦੇ ਵਿੱਚੋਂ ਜਿਹੜੀਆਂ ਪਬਲਿਕ ਸੈਕਟਰ ਕੰਪਨੀ ਹੈ ਉਹ ਰਿਕਾਰਡ ਘਾਟੇ ਦੇ ਵਿੱਚ ਜਾ ਰਹੀਆਂ, ਉਸੇ ਯੋਜਨਾ ਦੇ ਵਿੱਚੋਂ ਪ੍ਰਾਈਵੇਟ ਕੰਪਨੀ ਜਿਹੜੀਆਂ ਉਹ ਰਿਕਾਰਡ ਵਾਧੇ ਦੇ ਵਿੱਚ ਜਾ ਰਹੀਆਂ ਨੇ ਜੀ। ਇਹ ਇੱਕ ਥਰਮਾਮੀਟਰ ਹੈ ਦਰਸ਼ਕੋ, ਜਿਹੜਾ ਅਸੀਂ ਉਦੋਂ ਲਾ ਕੇ ਨਹੀਂ ਦੇਖਿਆ ਜਦੋਂ ਫਸਲੀ ਬੀਮਾ ਯੋਜਨਾ ਪਿਛਲੇ ਰਜਾਇਮ 'ਚ ਸ਼ੁਰੂ ਕੀਤੀ ਗਈ ਸੀ, ਜਿਹਦੇ ਨਤੀਜੇ ਜਿਹੜੇ ਨੇ, ਜਿਹਦੇ ਅੰਕੜੇ ਜਿਹੜੇ ਨੇ ਹੁਣ ਸਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਕਿਹੜੀ ਪ੍ਰਾਈਵੇਟ ਰਿਲਾਇੰਸ ਨੂੰ ਜਾਂ ਹੋਰ ਕੰਪਨੀਆਂ ਨੂੰ ਅਰਬਾਂ ਰੁਪਏ ਦਾ ਫਾਇਦਾ ਪਹੁੰਚਾਇਆ ਗਿਆ। ਤੇ ਉਸੇ ਯੋਜਨਾ ਨੂੰ ਲਾਗੂ ਕਰਨ ਵਾਲੀਆਂ ਜਿਹੜੀਆਂ ਨੇ ਸਰਕਾਰੀ ਜਨਤਕ ਖੇਤਰ ਦੀਆਂ ਕੰਪਨੀਆਂ, ਜਿਹਨੂੰ ਆਪਾਂ ਸਰਕਾਰੀ ਬੀਮਾ ਕੰਪਨੀਆਂ ਕਹਿੰਦੇ ਆ ਆਪਣੀ ਸਰਲ ਭਾਸ਼ਾ ਦੇ ਵਿੱਚ, ਓਰੀਐਂਟਲ ਹੋ ਗਈ ਜਾਂ ਨਿਊ ਇੰਡੀਆ ਦੂਜੀ, ਜਿਹਦੀ ਆਪਾਂ ਅਕਸਰ ਆਪਣੇ ਕਾਰਾਂ ਸਕੂਟਰਾਂ ਦੀਆਂ ਆਪਾਂ ਇੰਸ਼ੋਰੈਂਸ ਕਰਾਉਣ ਜਾਂਦੇ ਹੁੰਦੇ ਆ, ਜਿਹਨੂੰ ਆਪਾਂ ਕਹਿੰਦੇ ਆ ਕਿ ਚਲੋ ਥੋੜੀ ਜਿਹੀ ਸਸਤੀ ਹੋਊਗੀ ਇਹਨਾਂ ਤੋਂ, ਤਾਂ ਉਹ ਜਿਹੜੀਆਂ ਨੇ ਫਿਰ ਵੀ ਘਾਟੇ 'ਚ ਜਾ ਰਹੀਆਂ ਨੇ, ਹਾਲੇ ਵੀ ਘਾਟੇ 'ਚ ਜਾ ਰਹੀਆਂ ਨੇ। ਯੋਜਨਾ ਇੱਕੋ ਹੀ ਹੈ। ਇਹੀ ਕੁਝ ਕਾਲੇ ਕਾਨੂੰਨਾਂ ਦੇ ਬਾਰੇ ਮੇਰੇ ਖਿਆਲ 'ਚ ਅੱਗੇ ਹੋਣਾ ਹੈ। ਜੇਕਰ ਇਹ ਲਾਗੂ ਰਹਿ ਗਏ ਤਾਂ ਹੋ ਸਕਦਾ ਕਿ ਅਗਲੇ 2-3-4 ਸਾਲਾਂ ਬਾਅਦ ਇਸ ਤਰ੍ਹਾਂ ਦੇ ਅੰਕੜੇ ਅਸੀਂ ਆ ਕਾਨੂੰਨਾਂ ਬਾਰੇ ਜੋ ਚੀਜ਼ਾਂ ਇੰਪਲੀਮੈਂਟ ਕੀਤੀਆਂ ਜਾਣਗੀਆਂ ਕਿ ਕੰਟਰੈਕਟ ਦੇ ਉੱਤੇ ਖੇਤੀ ਕਰਾਈ ਜਾਏਗੀ, ਐਸਡੀਐਮ ਤੱਕ ਹੀ ਜਾ ਸਕੇਗਾ, ਐਮਐਸਪੀ ਨਹੀਂ ਮਿਲੇਗੀ ਜਾਂ ਆਪਣੀ ਮਰਜ਼ੀ ਦੀ ਖੇਤੀ ਕਰਾਈ ਜਾਏਗੀ, ਇਹੀ ਫਸਲ ਲਾਉਣੀ ਹੈ, ਜੇ ਆਲੂ ਇਸ ਸਾਈਜ਼ ਦਾ ਨਿਕਲਿਆ ਤਾਂ ਹੀ ਕੰਪਨੀ ਪਾਬੰਦ ਹੈ ਖਰੀਦਣ ਦਾ ਤੁਹਾਡੇ ਤੋਂ, ਜੇ ਕਣਕ ਦੇ ਦਾਣੇ 'ਚ ਨਮੀ ਇੰਨੀ ਹੈ ਤਾਂ ਹੀ ਪਾਬੰਦ ਹੈ ਉਹ, ਜਾਂ ਜਿਹੜੀ ਚੌਲ ਦੀ ਕਿਸਮ ਹੈ ਜਿਹੜੀ ਹੈ ਉਹ ਬਕਾਇਦਾ ਤੌਰ ਦੇ ਉੱਤੇ ਉਸੇ ਯੂਨੀਵਰਸਿਟੀ ਦੇ ਮਾਨਕਾਂ ਦੇ ਉੱਤੇ ਆਈ ਤਾਂ ਹੀ ਉਹ ਪਾਬੰਦ ਹੈ। ਸੋ ਉਸ ਤਰ੍ਹਾਂ ਵੱਖ-ਵੱਖ ਫਸਲਾਂ ਦੇ ਆਧਾਰ ਦੇ ਉੱਤੇ ਉਦੋਂ ਹੀ ਜਿਹੜਾ ਲਾਗੂ ਹੋਏਗਾ ਤਾਂ ਹੱਥ ਜਿਹੜੇ ਨੇ ਵੱਡੇ ਜਾਣਗੇ, ਬੰਨੇ ਨਹੀਂ ਜਾਣਗੇ, ਵੱਡੇ ਜਾਣਗੇ। ਸੋ ਚੁਕੰਨੇ ਹੋਣ ਦੀ ਲੋੜ ਹੈ। ਚੱਡਾ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਜੀ। ਫਿਰ ਵੀ ਅਗਰ ਕੋਈ ਨੁਕਤਾ ਜਾਂ ਪੁਆਇੰਟ ਰਹਿ ਗਿਆ ਜਿਹੜਾ ਪਬਲਿਕ ਡੋਮੇਨ 'ਚ ਜਾਣਾ ਚਾਹੀਦਾ ਤੁਸੀਂ ਸਾਂਝਾ ਕਰ ਸਕਦੇ ਹੋ, ਵੈਸੇ ਤੁਹਾਡੇ ਕੋਲ ਸਮਾਂ ਹੈ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਮੈਂ ਇਹੀ ਸਾਂਝੀ ਕਰਨੀ ਚਾਹੂੰਗਾ ਕਿ ਇਸ ਯੋਜਨਾ ਦੇ ਨਾਲ 3 ਕਾਲੇ ਕਾਨੂੰਨਾਂ ਨੂੰ ਜੇ ਅਸੀਂ ਜੋੜ ਕੇ ਦੇਖੀਏ ਤਾਂ ਉਹਦੇ ਜਿਹੜਾ ਸਰਕਾਰ ਜਿਹੜੇ ਮੂੰਹ ਜ਼ਬਾਨੀ ਸਪਸ਼ਟੀਕਰਨ ਦਿੰਦੀ ਫਿਰਦੀ ਹੈ ਕਿ ਅਸੀਂ ਐਮਐਸਪੀ ਖਤਮ ਨਹੀਂ ਕਰ ਰਹੇ ਹਾਂ, ਅਸੀਂ ਸਰਕਾਰੀ ਮੰਡੀਆਂ ਖਤਮ ਨਹੀਂ ਕਰ ਰਹੇ ਹਾਂ, ਉਹਦੀ ਬਹੁਤ ਚੰਗੀ ਤਰ੍ਹਾਂ ਪੋਲ ਖੁੱਲ ਜਾਂਦੀ ਹੈ। ਕਿਉਂਕਿ ਸਰਕਾਰ ਜਦੋਂ ਕਿਸਾਨ ਸੁਸਾਈਡ ਦੇ ਨਾਂ ਦੇ ਉੱਪਰ ਜਿਹੜੀ ਮੋਦੀ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ 20,000 ਕਰੋੜ ਤੱਕ ਦੀ ਕਮਾਈ ਕਰਵਾ ਸਕਦੀ ਹੋਵੇ, ਉਹਦੇ ਕੋਲੋਂ ਕਿਵੇਂ ਉਹਦੇ ਇੱਕ ਮੂੰਹ ਜ਼ਬਾਨੀ ਬਿਆਨ ਦੇ ਉੱਪਰ ਜਿਹੜਾ ਕਿਵੇਂ ਆਸ ਰੱਖੀ ਜਾ ਸਕਦੀ ਹੈ। ਮੂੰਹ ਜ਼ਬਾਨੀ ਦਾ ਦੂਰ ਦੀ ਗੱਲ, ਲਿਖਤੀ ਤੇ ਵੀ ਲਿਖੀ ਜਾ ਸਕਦੀ ਹੈ। ਦੂਜੇ ਪਾਸੇ ਗੱਲ ਕਰੀਏ ਪੰਜਾਬ ਦੇ ਵਿੱਚ ਭਾਵੇਂ ਇਹ ਯੋਜਨਾ ਲਾਗੂ ਨਹੀਂ ਹੈ, ਕਈ ਲੋਕ ਕਹਿੰਦੇ ਨੇ ਕਿ ਪੰਜਾਬ ਦੀ ਸਰਕਾਰ ਤਾਂ ਸ਼ਾਇਦ ਚੰਗੀ ਸਰਕਾਰ ਹੈ ਜਿਹਨੇ ਯੋਜਨਾ ਲਾਗੂ ਨਹੀਂ ਕੀਤੀ, ਪਰ ਉੱਥੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਦੀ ਸਰਕਾਰ ਨੇ ਕੋਈ ਦੂਜਾ ਅਲਟਰਨੇਟਿਵ ਵੀ ਨਹੀਂ ਕੱਢਿਆ।
ਕਿ ਕਿਸਾਨਾਂ ਨੂੰ ਕਿਵੇਂ ਰਿਲੀਫ ਦੇਣਾ, ਕਿਸਾਨ ਸੁਸਾਇਡ ਨੂੰ ਕਿਵੇਂ ਰੋਕਣਾ। ਉਹਨਾਂ ਨੇ ਕੋਈ ਅਲਟਰਨੇਟਿਵ ਵੀ ਨਹੀਂ ਕੱਢਿਆ। ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ, ਪਹਿਲਾਂ ਰੋਪੜ ਦੇ ਵਿੱਚ ਹੋਇਆ ਹੜ੍ਹ ਦੇ, ਹੁਣ ਵੀ ਸੋਕੇ ਦੇ ਨਾਲ ਵੀ ਹੋਇਆ। ਉਹ ਕਿਸੇ ਨੂੰ ਇੱਕ ਪੈਸੇ ਦਾ, ਇੱਕ ਧੇਲੇ ਦਾ ਮੁਆਵਜ਼ਾ ਨਹੀਂ ਮਿਲਿਆ। ਸੋ ਪੰਜਾਬ ਨੇ ਵੀ ਕੋਈ ਅਲਟਰਨੇਟਿਵ ਇਸ ਚੀਜ਼ ਦਾ ਨਹੀਂ ਕੱਢਿਆ। ਪੰਜਾਬ ਦੀ ਸਰਕਾਰ ਦੀ ਵੀ ਇਹੀ ਨੀਤੀ ਹੈ ਕਿ ਜੇ ਸੁਸਾਇਡ ਹੁੰਦੇ ਹੋਣ ਦਿਓ, ਮਤਲਬ ਕਿ ਪੰਜਾਬ ਦੀ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਸੁੱਤੀ ਪਈ ਹੈ। ਜੀ ਬਹੁਤ ਸ਼ੁਕਰੀਆ ਜੱਟਾ ਸਾਹਿਬ। ਥੈਂਕ ਯੂ ਜੀ।